ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਹੈ। ਦੋਸਤੋ, ਕੁਝ ਦਿਨ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਨਵੀਂ ਤੇ ਵੱਡੀ ਅਨਾਉਂਸਮੈਂਟ ਕੀਤੀ ਹੈ। ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਹੈ, ਪਰ ਬਹੁਤ ਸਾਰੇ ਹੋ ਸਕਦਾ ਦਰਸ਼ਕਾਂ ਤੱਕ ਉਸ ਦੀ ਮੁਕੰਮਲ ਜਾਣਕਾਰੀ ਨਾ ਹੋਵੇ। ਹੋ ਸਕਦਾ ਕੋਈ ਪੰਜਾਬ ਦੇ ਵਿੱਚ ਪੈਸੇ ਭਰ ਬੋਝਾ ਖਾਲੀ ਕਰਾ ਕੇ ਵਾਪਸ ਪਰਤਣ। ਉਹ ਕਿਹਨਾਂ ਵਾਸਤੇ ਇਫੈਕਟਿਵ ਹੈ, ਕਿਹਨਾਂ ਵਾਸਤੇ ਉਹ ਕਾਰਗਰ ਸਾਬਤ ਹੋਣੀ ਹੈ, ਬਹੁਤ ਸਾਰੇ ਉਹਦੇ ਦਾਅ ਪੇਚ ਨੇ, ਘੁੰਡੀਆਂ ਨੇ। ਉਸ ਦੇ ਮੁਤਲਕ ਅਸੀਂ ਅੱਜ ਤੁਹਾਨੂੰ ਪੁਖਤਾ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਵੀਜ਼ਾ ਲਿੰਕ ਤੋਂ ਗੁਰਮੀਤ ਸਿੱਧੂ ਸਾਹਿਬ ਸਾਡੇ ਅੱਜ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਦੌਰਾਨ ਸ਼ਿਰਕਤ ਕਰਨਗੇ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਜੀ ਆਇਆਂ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬੈਨੀਪਾਲ ਸਾਹਿਬ ਤੇ ਸਾਰੇ ਹੀ ਸਾਂਝਾ ਟੀਵੀ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਨਵੀਂ ਅਨਾਉਂਸਮੈਂਟ ਹੋਈ ਆ, ਆਪਾਂ ਉੱਥੇ ਤੱਕ ਜਾਣਾ ਹੈ। ਹਾਂਜੀ, ਇਹਦੇ ਕਾਰਨ ਕੀ ਨੇ? ਕਿਉਂ ਆਪਾਂ ਦੇਖਿਆ ਬੀਤੇ ਦਿਨਾਂ ਦੇ ਵਿੱਚ ਆਪਾਂ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਸੀ ਕਿ 75 ਪੁਆਇੰਟ ਵਾਲਾ ਕੈਨੇਡਾ ਦੀ ਹਿਸਟਰੀ 'ਚ ਕਦੇ ਡਰਾ ਨਹੀਂ ਸੀ ਆਇਆ। ਹਾਂਜੀ, ਕੀ ਕਾਰਨ ਹੈ ਕਿ ਇੰਨੀ ਲਿਬਰਲ ਹੋ ਗਈ ਲਿਬਰਲ ਗਵਰਨਮੈਂਟ ਦੀ? ਦੇਖੋ ਜੀ, ਆਪਾਂ ਪਿਛਲੇ ਪ੍ਰੋਗਰਾਮਾਂ 'ਚ ਇਹਦੇ ਬਾਰੇ ਕਾਫੀ ਪਹਿਲਾਂ ਜ਼ਿਕਰ ਕੀਤਾ ਸੀਗਾ ਜੀ। ਮੈਂ ਇਹ ਵੀ ਕਹਿੰਦਾ ਰਿਹਾ ਕਿ ਸਾਰਿਆਂ ਨੂੰ ਆਪਣੀ ਤਿਆਰੀ ਰੱਖਣੀ ਚਾਹੀਦੀ ਹੈ ਕਿ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਈ ਵੱਡੀ ਅਨਾਉਂਸਮੈਂਟ ਕਰੂਗੀ, ਕਿਸੇ ਵੇਲੇ ਵੀ ਕਰ ਸਕਦਾ, ਕਿਸੇ ਵੇਲੇ ਵੀ ਕਰ ਸਕਦੀ ਹੈ। ਐਂਡ ਜਿਹੜੀ ਅਨਾਉਂਸਮੈਂਟ ਆਉਣੀ ਸੀਗੀ, ਇਹ ਲਾਜ਼ਮੀ ਉਹਨਾਂ ਲੋਕਾਂ ਲਈ ਆਉਣੀ ਸੀ ਜਿਹੜੇ ਕੈਨੇਡਾ ਦੇ ਵਿੱਚ ਨੇ, ਜਿਹੜੇ ਕੈਨੇਡਾ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਰਹਿ ਰਹੇ ਆ ਜੀ। ਐਂਡ ਜਿਹੜੇ ਸਾਈਨ ਦੇ ਰਹੀ ਸੀ ਗਵਰਨਮੈਂਟ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕਿਹਾ ਕਿ ਤੁਸੀਂ ਜਾਓ ਨਾ, ਕਿ ਤੁਸੀਂ ਅੰਦਰੋਂ ਵਰਕ ਪਰਮਿਟਸ ਅਪਲਾਈ ਕਰ ਲਓ ਜੀ। ਫਿਰ ਜਿਹੜੇ ਸਟੂਡੈਂਟ ਜਿਹੜੇ ਸੀਗੇ ਜੀ, ਜਿਨ੍ਹਾਂ ਦੇ ਕੋਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਸੀਗਾ ਜੀ, ਐਂਡ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਮੁੱਕ ਗਿਆ ਸੀਗਾ ਐਂਡ ਕੋਵਿਡ ਦੇ ਵਿੱਚ ਉਹ ਕੰਮ ਨਹੀਂ ਕਰ ਸਕੇ ਸੀ ਜੀ। ਉਹਨਾਂ ਨੇ ਇਕੱਠੇ ਹੀ 56,000 ਸਟੂਡੈਂਟ ਨੂੰ ਕਹਿਤਾ ਕਿ ਤੁਸੀਂ 18 ਮਹੀਨੇ ਦਾ ਹੋਰ ਵਰਕ ਪਰਮਿਟ ਅਪਲਾਈ ਕਰ ਲਓ। ਬਿਲਕੁਲ। ਸੋ ਇਹ ਸਾਰੇ ਸਾਈਨ ਸੀਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਅਨਾਉਂਸਮੈਂਟ ਹੋਣ ਵਾਲੀ ਹੈ। ਇਹਦਾ ਸਭ ਤੋਂ ਵੱਡਾ ਰੀਜ਼ਨ ਜਿਹੜੀ ਇਹ ਮਹਾਮਾਰੀ ਹੈਗੀ ਹੈ ਕੋਵਿਡ ਦੀ, ਇਹੀ ਬਣਿਆ ਜੀ। ਕਿਉਂਕਿ ਜਿਹੜਾ 2020 ਦਾ ਆਪਣਾ ਅੰਕੜਾ ਸੀਗਾ ਜੀ, ਉਹ ਪੂਰਾ ਨਹੀਂ ਕਰ ਸਕੇ। ਉਹਦੇ 'ਚ ਸ਼ਾਰਟੇਜ ਰਹਿ ਗਈ, ਆਲਮੋਸਟ 1.5 ਲੱਖ ਤੋਂ ਲੈ ਕੇ 1,84,000 ਬੰਦਾ ਸ਼ਾਰਟ ਜਿਹੜਾ ਹੋ ਗਿਆ ਜੀ, ਜਿਹੜੇ ਆਪਾਂ ਨੇ PR ਕਰਨੇ ਸੀਗੇ ਇਕਨੋਮਿਕ ਕੈਟਾਗਰੀ ਦੇ ਅੰਡਰ ਜੀ। ਐਂਡ ਜਿਹੜੀ ਸੈਕੰਡ ਸਿਚੁਏਸ਼ਨ ਸੀਗੀ, ਕੈਨੇਡੀਅਨ ਇਕਨੋਮੀ ਦੇ ਵਿੱਚ ਜਿਹੜੇ ਫੋਰਨ ਵਰਕਰ ਸੀਗੇ ਉਹ ਬਾਹਰੋਂ ਨਹੀਂ ਆ ਸਕੇ, ਇੱਥੋਂ ਦੇ EMPLOYERS ਨੂੰ ਬੜੀ ਵੱਡੀ ਸ਼ਾਰਟੇਜ ਆਉਣੀ ਸੀ ਜੀ। ਐਂਡ ਜਿਹੜਾ ਥਰਡ ਜਿਹੜਾ ਹੈਗਾ ਰੀਜ਼ਨ ਇਹਦਾ, ਕਿ 2030 ਤੱਕ ਇਮੀਗ੍ਰੇਸ਼ਨ ਦਾ ਜਿਹੜਾ ਟੀਚਾ ਹੈਗਾ ਆ, ਜੋ ਪੂਰਾ ਨਹੀਂ ਕਰਦੀ ਗਵਰਨਮੈਂਟ, ਤਾਂ ਬਹੁਤ ਵੱਡੇ ਫਾਈਨੈਂਸ਼ੀਅਲ ਕ੍ਰਾਈਸਿਸ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ ਜੀ। ਸੋ ਉਹਦੇ ਕਰਕੇ ਜਿਹੜਾ ਗਵਰਨਮੈਂਟ ਨੇ ਫੈਸਲਾ ਲੈਣਾ ਸੀਗਾ ਐਂਡ ਪਿਛਲੇ ਸਮੇਂ ਦੌਰਾਨ ਸਾਨੂੰ ਇਹਦਾ ਪਤਾ ਸੀ ਜੀ। ਅਸੀਂ ਇਸੇ ਕਰਕੇ ਸਾਰੇ ਹੀ ਜਿਹੜੇ ਸਾਡੇ ਕਲਾਇੰਟਸ ਨੇ ਜਾਂ ਸਾਨੂੰ ਮਿਲ ਕੇ ਜਾਂਦੇ ਲੋਕ, ਅਸੀਂ ਸਭ ਨੂੰ ਕਹਿੰਦੇ ਸੀ ਕਿ ਪ੍ਰਪੇਅਰ ਰਹੋ, ਆਪਣੇ ਨੂੰ ਪ੍ਰਪੇਅਰ ਰੱਖੋ ਕਿ ਨਵੀਂ ਅਨਾਉਂਸਮੈਂਟ ਹੋਊਗੀ, ਜੋ ਕਿ ਕੱਲ ਅਨਾਉਂਸਮੈਂਟ ਆਈ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਜੀ। ਅੱਛਾ, ਮੈਨੂੰ ਇਹ ਦੱਸਿਓ, ਤੁਸੀਂ ਬੀਤੇ ਪ੍ਰੋਗਰਾਮਾਂ 'ਚ ਵੀ ਕਹਿੰਦੇ ਰਹੇ ਹੋ, ਹੁਣ ਤੁਸੀਂ ਫਿਰ ਜ਼ਿਕਰ ਕੀਤਾ ਕਿ ਅਸੀਂ ਆਪਣੇ ਜਿਹੜੇ ਕਲਾਇੰਟ ਆਉਂਦੇ ਨੇ, ਜਾਣਕਾਰ ਆਉਂਦੇ, ਮਿਲਦੇ ਸੀ, ਕੋਈ ਜਾਂਚ ਪੜਤਾਲ ਵਾਸਤੇ ਫੋਨ ਕਰਦੇ ਸੀ, ਕਹਿੰਦੇ ਸੀ ਤਿਆਰੀ ਰੱਖੋ। ਤਿਆਰੀ ਤੋਂ ਭਾਵ ਕਿਹੜਾ ਲੰਗੋਟਾ ਲਾਉਣਾ ਜੀ? ਤਿਆਰੀ ਕਿਵੇਂ ਦੀ? ਇਮੀਗ੍ਰੇਸ਼ਨ ਦੀ ਜਦੋਂ ਕਿ ਆਪਾਂ ਫਾਈਲ ਲਾਉਣੀ ਹੈ ਜੀ, ਤਾਂ ਤਿਆਰੀ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਜੀ। ਇਹ ਕੋਈ ਆਪਾਂ ਇਹ ਨਹੀਂ ਗਾ ਕਿ ਆਪਾਂ ਡਰਾਈਵਰ ਲਾਇਸੈਂਸ ਲੈਣ ਚੱਲੇ ਹੈਗੇ ਆ ਜੀ, ਜਾਂ ਕੋਈ ਆਪਾਂ ਕਿਸੇ ਕਾਲਜ ਐਡਮਿਸ਼ਨ ਲੈਣ ਚੱਲੇ ਆ ਜੀ। ਜਦੋਂ ਵੀ ਆਪਾਂ ਇਮੀਗ੍ਰੇਸ਼ਨ ਦੀ ਫਾਈਲ ਲਾਉਣੀ ਆ, ਤਾਂ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਹੈਗਾ, ਉਹਦੇ ਵਿੱਚ ਤੁਹਾਡੇ ਕੋਲੇ ਇੰਗਲਿਸ਼ ਪ੍ਰੋਫੀਸ਼ੀਐਂਸੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੈ, ਉਹ ਮੈਜਰਮੈਂਟ ਕੀਤੀ ਜਾਂਦੀ ਆ ਆਇਲਟਸ ਦੇ ਐਗਜ਼ਾਮ ਨਾਲ। ਸੋ ਜੇ ਤੁਹਾਡੇ ਕੋਲੇ ਆਇਲਟਸ ਐਗਜ਼ਾਮ ਨਹੀਂ ਹੈਗਾ ਤਾਂ ਉਹਦੀ ਤਿਆਰੀ ਰੱਖੋ, ਕਰਕੇ ਰੱਖੋ ਜੀ। ਤੁਹਾਡੇ ਕੋਲੇ ਜਿਹੜਾ ਤੁਹਾਡੇ ਡਿਗਰੀਜ਼ ਹੈਗੀਆਂ, ਐਵੈਲੂਏਸ਼ਨ ਕਰਵਾ ਕੇ ਰੱਖੋ। ਐਂਡ ਜਿਹੜਾ ਤੁਹਾਡਾ ਪੁਲਿਸ ਕਲੀਅਰੈਂਸ ਮੈਡੀਕਲ ਹੈਗਾ ਆ, ਉਹ ਅਪ ਟੂ ਡੇਟ ਹੋਣਾ ਚਾਹੀਦਾ ਹੈ। ਸੋ ਜੇਕਰ ਤੁਹਾਡੇ ਕੋਲੇ 4-5 ਚੀਜ਼ਾਂ ਨਹੀਂ ਹੈਗੀਆਂ, ਚਾਹੇ ਅੱਜ ਅਨਾਉਂਸਮੈਂਟ ਹੋ ਵੀ ਗਈ ਹੈ, ਤਾਂ ਤੁਸੀਂ ਐਪਲੀਕੇਸ਼ਨ ਨਹੀਂ ਲਾ ਸਕਦੇ। ਹੁਣ ਕੀ ਹੈ ਕਿ ਕੱਲ ਅਨਾਉਂਸਮੈਂਟ ਹੋਈ ਹੈ ਜੀ, ਤੇ ਜਿਹੜੀ ਆਇਲਟਸ ਦੀ ਜਿਹੜੀ ਵੈਬਸਾਈਟ ਆ ਉਹ ਕ੍ਰੈਸ਼ ਹੋ ਚੁੱਕੀ ਹੈ, ਉਹਦੇ ਤੇ ਟੈਸਟ ਹੀ ਨਹੀਂ ਬੁੱਕ ਹੋ ਪਾ ਰਿਹਾ। ਹੁਣ ਲੋਕ ਲੱਗ ਗਏ ਹੁਣ ਨੇ। ਹਾਂਜੀ, ਤੇ ਜੇ ਮੈਂ ਆਪਣੇ ਲੋਕਲ ਇੱਥੋਂ ਕੌਂਸੂਲੇਟ ਦੀ ਗੱਲ ਕਰਾਂ, ਜਿਹੜਾ ਇੰਡੀਅਨ ਕੌਂਸੂਲੇਟ ਜਿਹੜਾ ਪੁਲਿਸ ਕਲੀਅਰੈਂਸ ਇਸ਼ੂ ਕਰਦਾ ਹੈ, ਉੱਥੇ ਅੱਜ 1.5 ਕਿਲੋਮੀਟਰ ਲੰਬੀ ਲਾਈਨ ਸੀ ਸੁਬਾਹ ਜੀ। ਸੋ ਇੱਕਦਮ ਭੱਜ ਦੜ ਜਿਹੜੀ ਆ ਉਹ ਮੱਚ ਚੁੱਕੀ ਆ। ਸੋ ਇਹੀ ਸੀਗਾ ਕਿ ਅਸੀਂ ਤਾਂ ਹੀ ਲੋਕਾਂ ਨੂੰ ਕਹਿੰਦੇ ਸੀਗੇ ਪਹਿਲਾਂ ਤਿਆਰੀ ਰੱਖੋ। ਹੁਣ 90,000 ਜਿਹੜਾ ਹੈਗਾ ਜੀ ਟੋਟਲ, ਇਹਨਾਂ ਨੇ ਕਿਹਾ ਕਿ ਅਸੀਂ ਫੈਮਿਲੀਜ਼ ਨੂੰ ਪੱਕਾ ਕਰਨਾ ਹੈ। ਮੈਂ ਇੱਥੇ ਫੈਮਿਲੀ ਦਾ ਜ਼ਿਕਰ ਕਰ ਰਿਹਾ ਜੀ, ਬਹੁਤ ਵੱਡਾ ਨੰਬਰ ਹੈ, ਨਾ ਕਿ ਆਪਾਂ ਇੱਕ ਸਿੰਗਲ ਪਰਸਨ ਦੀ ਗੱਲ ਨਹੀਂ ਕਰ ਰਹੇ। ਸਿੰਗਲ ਦੀ ਨਹੀਂ ਜੀ, ਮੈਂ ਫੈਮਿਲੀਜ਼ ਦੀ ਗੱਲ ਕਰ ਰਿਹਾ। 90,000 ਫੈਮਿਲੀਜ਼ ਤੁਸੀਂ ਲਾ ਲਓ ਜੀ ਕਿ ਘੱਟੋ ਘੱਟ 2 ਤੋਂ 2.5 ਲੱਖ ਬੰਦਾ
ਇਸ ਕੈਟਾਗਰੀ ਦੇ ਵਿੱਚ ਪੀਆਰ ਹੋ ਜਾਊਗਾ ਜੀ। ਅੱਛਾ, ਹੁਣ ਇਹ ਦੱਸੋ ਕਿ ਜਿਸ ਦੇ ਵਿੱਚ 90,000 ਦਾ ਨੰਬਰ ਦਿੱਤਾ ਗਿਆ ਤੇ ਤੁਸੀਂ ਉਹ ਤੋਂ ਵੀ ਅਗਲੀ ਗੱਲ ਦੱਸ ਰਹੇ ਹੋ ਕਿ ਫੈਮਲੀਜ਼, ਹਾਂਜੀ, ਇਹਦਾ ਮਤਲਬ ਇਹ ਦੁੱਗਣੇ ਨੰਬਰ ਵੀ ਹੋ ਸਕਦੇ ਤੇ ਤਿੱਗਣੇ ਵੀ ਹੋ ਸਕਦੇ ਤੇ ਚੌਗਣੇ ਵੀ ਹੋ ਸਕਦੇ। ਫੈਮਿਲੀ 'ਚ 4 ਬੰਦੇ ਵੀ ਹੋ ਸਕਦੇ ਆ, 3 ਵੀ ਹੋ ਸਕਦੇ ਆ, 5 ਵੀ ਹੋ ਸਕਦੇ ਆ। ਬਿਲਕੁਲ ਜੀ। ਤੇ ਉਹ ਕਦੋਂ ਸ਼ੁਰੂਆਤ ਹੋਣੀ ਹੈ ਜੀ ਐਪਲੀਕੇਸ਼ਨ ਦੀ? ਜਿਹੜੀ ਕੱਲ ਅਨਾਉਂਸਮੈਂਟ ਕੀਤੀ ਹੈ ਜੀ ਆਨਰੇਬਲ ਮਿਨਿਸਟਰ ਨੇ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 6th ਆਫ ਮਈ ਤੋਂ ਇਹ ਐਪਲੀਕੇਸ਼ਨਸ ਲੈਣੀਆਂ ਸਟਾਰਟ ਕਰਨੀਆਂ ਐਂਡ 5 ਨਵੰਬਰ 5th ਆਫ ਨਵੰਬਰ 2021 ਤੱਕ ਇਹ ਐਪਲੀਕੇਸ਼ਨਸ ਲਈ ਜਾਣੀਆਂ ਜੀ ਉਹਨਾਂ ਨੇ। ਐਂਡ ਇਹ 4 ਨੁਕਾਤੀ ਜਿਹੜਾ ਪ੍ਰੋਗਰਾਮ ਹੈਗਾ ਹੈ ਉਹ ਉਹਨਾਂ ਨੇ ਕੱਲ ਅਨਾਉਂਸ ਕੀਤਾ ਹੈ, ਜਿਹਦੇ ਵਿੱਚ 4 ਜਿਹੜੇ ਹੈਗੇ ਆ ਜੀ ਉਹ ਪਬਲਿਕ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਅਨਾਉਂਸ ਹੋਈਆਂ ਜੀ। ਅੱਛਾ, ਹੁਣ ਇਹਦੇ 'ਚ ਕਿਉਂਕਿ ਟਾਈਮ ਵੀ ਖੁੱਲ੍ਹਾ ਹੀ ਦੇ ਦਿੱਤਾ, ਮਈ ਤੋਂ ਲੈ ਕੇ ਨਵੰਬਰ ਤੱਕ, ਹਾਂਜੀ, ਤੇ 4 ਨੁਕਾਤੀ ਪ੍ਰੋਗਰਾਮ ਦੇ ਵਿੱਚ ਕੀ ਕੁਛ ਹੈ, ਕਿਹਦੀ ਆਸ ਹੈ ਜਾਂ ਕਿਹੜਾ ਹੁਣ ਉੱਥੇ ਲਾਈਨ 'ਚ ਲੱਗਿਆ ਖੜਾ ਹੋਣਾ? ਆਪਾਂ ਨੂੰ ਪਤਾ ਕਿ ਜਿਹੜੇ ਐਲੀਜੀਬਿਲਟੀ ਕ੍ਰਾਈਟੇਰੀਆ ਤਾਂ ਪਤਾ ਹੋਣਾ, ਤਦ ਹੀ ਗਿਆ ਹੋਣੇ ਨੇ, ਬਿਨਾਂ ਪੈਰੋਂ ਤੋਂ ਮੌਜੇ ਖੋਲੇ ਨਹੀਂ ਹੋਣੇ। ਹਾਂਜੀ, ਕਿਹਨਾਂ ਦਾ ਨੰਬਰ ਲੱਗੇਗਾ ਜੀ? ਇਹਦੇ ਵਿੱਚ ਕੀ ਹੈਗਾ ਜੀ ਕਿ ਮੈਂ ਸਭ ਤੋਂ ਪਹਿਲਾਂ ਇੱਥੇ ਇਹ ਦੱਸਾਂ ਕਿ ਜਿਹੜਾ ਪਬਲਿਕ ਪਾਲਿਸੀ ਜਿਹੜੀ ਹੁੰਦੀ ਹੈ ਉਹ ਕੀ ਹੁੰਦੀ ਹੈ ਜੀ। ਜਿਹੜੇ ਸਾਡੇ ਕੈਨੇਡੀਅਨ ਮਿਨਿਸਟਰਸ ਨੇ, ਜਿਨ੍ਹਾਂ ਦੇ ਵਿੱਚ ਮੈਂ ਇਮੀਗ੍ਰੇਸ਼ਨ ਮਿਨਿਸਟਰ ਦੀ ਗੱਲ ਕਰਾਂ ਜੀ, ਤਾਂ ਇਹਨਾਂ ਨੂੰ ਫੁੱਲ ਰਾਈਟਸ ਦਿੱਤੇ ਹੁੰਦੇ ਆ ਕਿ ਉਹ ਕਿਸੇ ਵਕਤ ਵੀ ਜਦੋਂ ਚਾਹਣ ਉਹ ਟੈਂਪਰੇਰੀ ਪਬਲਿਕ ਪਾਲਿਸੀ ਇਸ਼ੂ ਕਰ ਸਕਦੇ ਆ ਜੀ। ਉਹ ਜੇ ਇਮੀਗ੍ਰੇਸ਼ਨ ਨੂੰ ਵਧਾਉਣਾ ਚਾਹੁੰਦੇ ਆ ਤਾਂ ਉਹਨਾਂ ਦੇ ਹੱਥ 'ਚ ਫੁੱਲ ਪਾਵਰਸ ਨੇ ਜੀ ਕਿ ਉਹ ਖੜੇ ਪੈਰ ਅਨਾਉਂਸਮੈਂਟ ਕਰ ਸਕਦੇ ਇੱਕ ਪ੍ਰੋਗਰਾਮ ਨੂੰ ਡਿਜ਼ਾਈਨ ਕਰਕੇ ਕਿ ਆਹ ਪ੍ਰੋਗਰਾਮ ਲਾਗੂ ਹੋ ਗਿਆ, ਜਿਵੇਂ ਹੋਇਆ ਜੀ ਜੀ। ਸੋ ਉਹਨਾਂ ਨੇ ਕੀ ਕੀਤਾ ਕਿ ਪ੍ਰੋਗਰਾਮ ਨੂੰ ਤਿਆਰ ਕਰ ਲਿਆ ਜੀ। 4 ਨੁਕਾਤੀ ਪ੍ਰੋਗਰਾਮ ਹੈਗਾ। ਇਹਦੇ ਵਿੱਚ ਕੀ ਹੈਗਾ ਕਿ ਪਹਿਲੇ ਜਿਹੜਾ ਪ੍ਰੋਗਰਾਮ ਹੈਗਾ ਜੀ, 4 ਕੈਟਾਗਰੀਜ਼ ਉਹਨੇ ਅਨਾਉਂਸਮੈਂਟ ਕਰਤੀ ਕੱਲ ਜੀ। ਪਹਿਲੀ ਕੈਟਾਗਰੀ ਜਿਹੜੀ ਹੈਗੀ ਹੈ ਹੈਲਥ ਕੇਅਰ ਵਰਕਰਸ ਦੀ ਹੈ ਜੀ, ਜਿਨ੍ਹਾਂ ਨੇ ਹੈਲਥ ਕੇਅਰ ਦੇ ਵਿੱਚ ਕੰਮ ਕੀਤਾ ਹੈ ਡੂਰਿੰਗ ਕੋਵਿਡ ਜੀ, ਉਹ ਸਾਰੇ ਪੱਕੇ ਕਰ ਦੇਣੇ ਆ ਜੀ। ਉਹਨਾਂ ਦੇ ਘੱਟੋ ਘੱਟ ਜਿਹੜੀਆਂ ਉਹਨਾਂ ਨੇ ਕਿਹਾ ਕਿ ਅਸੀਂ 20,000 ਜਿਹੜੀਆਂ ਐਪਲੀਕੇਸ਼ਨਸ ਉਹਨਾਂ ਦੀਆਂ ਲਵਾਂਗੇ ਜੀ ਪਹਿਲੇ ਫੇਜ਼ ਦੇ ਵਿੱਚ ਜੀ। ਦੂਸਰਾ ਜਿਹੜਾ ਹੈਗਾ ਜੀ ਪ੍ਰੋਗਰਾਮ, ਉਹਦੇ ਵਿੱਚ ਹੋਰ ਜਿੰਨੇ ਵੀ ਵਰਕਰਸ ਹੈਗੇ ਆ ਜੀ, ਉਹਦੇ ਵਿੱਚ ਪਹਿਲਾਂ ਕੀ ਸੀਗਾ, ਐਕਸਪ੍ਰੈਸ ਐਂਟਰੀ ਦੇ ਵਿੱਚ ਜਿਹੜਾ ਅਨਾਉਂਸਮੈਂਟ ਹੋਈ ਸੀ 75 ਨੰਬਰਾਂ ਵਾਲੀ ਜੀ, ਉਹਦੇ 'ਚ ਵੱਡਾ ਡਰਾਬੈਕ ਇਹ ਸੀਗਾ ਕਿ ਕੈਟਾਗਰੀ B ਤੋਂ ਅਪ ਵਾਲੇ ਹੀ ਅਪਲਾਈ ਕਰ ਸਕਦੇ ਸੀ, ਸੁਪਰਵਾਈਜ਼ਰ ਲੈਵਲ ਜਾਂ ਸਕਿਲਡ ਵਰਕਰ ਹੀ ਅਪਲਾਈ ਕਰ ਸਕਦੇ ਸੀ। ਪਰ ਇਹਦੀ ਬਿਊਟੀ ਇਹ ਹੈ ਜੀ, ਪ੍ਰੋਗਰਾਮ ਜਿਹੜਾ ਕੱਲ ਇਹਨਾਂ ਨੇ ਸ਼ੁਰੂ ਕੀਤਾ ਹੈ ਕਿ ਇਹਦੇ ਵਿੱਚ ਜਿਹੜੇ ਸਿੰਪਲ ਲੇਬਰਰਸ ਵੀ ਹੈਗੇ ਆ ਜੀ। ਅੱਛਾ, ਲੇਬਰਰ ਵੀ, ਜਿਹੜਾ ਗੈਸ ਸਟੇਸ਼ਨ ਤੇ ਗੈਸ ਪਾ ਰਿਹਾ, ਜਿਹੜਾ ਕਿਸੇ ਪੀਜ਼ਾ ਸ਼ਾਪ ਦੇ ਉੱਪਰ ਪੀਜ਼ਾ ਬਣਾ ਰਿਹਾ ਹੈ ਜੀ, ਚਾਹੇ ਉਹ ਖੇਤ ਦੇ ਵਿੱਚ ਕੰਮ ਕਰ ਰਿਹਾ ਲੇਬਰਰ, ਚਾਹੇ ਕੰਸਟਰਕਸ਼ਨ ਦੇ ਵਿੱਚ ਹੈਲਪਰ ਹੈ ਜੀ, ਚਾਹੇ ਕੰਸਟਰਕਸ਼ਨ ਹੈਲਪਰ ਹੈਗਾ, ਉਹ ਸਾਰੇ ਐਲੀਜੀਬਲ ਨੇ ਜੀ। ਅੱਛਾ, ਇਹਦੇ 'ਚ ਇੱਕ ਵੱਡਾ ਸਵਾਲ ਹੋਰ ਪੈਦਾ ਹੋ ਜਾਣਾ। ਪਿਛਲੀ ਵਾਰੀ ਸ਼ਾਇਦ ਤੁਹਾਨੂੰ ਯਾਦ ਹੋਵੇ, ਹਾਂਜੀ, ਆਪਣੇ ਪ੍ਰੋਗਰਾਮ ਤੋਂ ਬਾਅਦ ਵੀ ਤੇ ਪਹਿਲਾਂ ਵੀ ਬਹੁਤ ਸਾਰੇ ਫੋਨ ਨੈਨੀਜ਼ ਦੇ ਬਹੁਤ ਆਏ ਸੀ। ਉਹ ਕਹਿੰਦੇ ਸਾਲ ਦਾ ਤਾਂ ਸਾਡਾ ਵੀ ਤਜਰਬਾ ਹੋ ਗਿਆ। ਹੁਣ ਆਹ ਜਿਹੜੀ ਸ਼ਰਤ ਤੁਸੀਂ ਕਹਿੰਦੇ ਹੋ ਕਿ ਜਿਹਨੇ ਵੀ 1 ਸਾਲ ਦਾ ਤਜਰਬਾ, ਕੀ ਉਹ ਵਿੱਚ ਇਨਕਲੂਡ ਨੇ ਜਾਂ ਐਕਸਕਲੂਡ ਨੇ? ਉਹ ਇਨਕਲੂਡ ਨੇ ਜੀ। ਅੱਛਾ, ਜਿਹੜਾ ਹੈਲਥ ਕੇਅਰ ਪ੍ਰੋਗਰਾਮ ਹੈਗਾ ਜੀ, ਜਿਹੜਾ ਪਹਿਲਾ ਪ੍ਰੋਗਰਾਮ ਦੱਸਿਆ ਜੀ, ਉਹਦੇ ਵਿੱਚ ਬਿਊਟੀ ਇਹ ਹੈ ਜੀ ਕਿ ਜਿਨ੍ਹਾਂ ਨੇ ਹੋਮ ਸਪੋਰਟ ਵਰਕਰ ਜਾਂ ਲਿਵ ਇਨ ਕੇਅਰ ਗਿਵਰ 1 ਈਅਰ ਕੰਮ ਕਰ ਲਿਆ ਕੈਨੇਡਾ ਦੇ ਵਿੱਚ, ਤੇ ਉਹ CLB ਲੈਵਲ 4, ਜਦੋਂ ਮੈਂ CLB ਲੈਵਲ 4 ਬੋਲਦਾ ਤਾਂ ਆਇਲਟਸ ਦੇ ਵਿੱਚ ਸਿਰਫ ਲਿਸਨਿੰਗ ਦੇ ਵਿੱਚ ਤੁਹਾਨੂੰ 4.5 ਚਾਹੀਦੇ ਆ, ਰਾਈਟਿੰਗ ਤੇ ਸਪੀਕਿੰਗ ਦੇ ਵਿੱਚ 4 ਚਾਹੀਦੇ ਆ, ਤੇ ਰੀਡਿੰਗ 'ਚ 3.5। ਜੇ ਤੁਹਾਡੇ ਕੋਲ ਆਹ ਸਕੋਰ ਹੈਗਾ ਹੈ, CLB ਲੈਵਲ 4 ਹੈ, ਤੁਸੀਂ 1 ਸਾਲ ਕੰਮ ਕਰ ਚੁੱਕੇ ਹੋ ਹੈਲਥ ਕੇਅਰ ਦੇ ਵਿੱਚ ਐਜ਼ ਅ ਨੈਨੀ, ਚਾਹੇ ਉਹ ਤੁਸੀਂ ਕਿਸੇ ਦੇ ਘਰ ਦੇ ਵਿੱਚ ਟੇਕ ਕੇਅਰ ਕਰ ਰਹੇ ਹੋ, ਚਾਹੇ ਕਿਸੇ ਨਰਸਿੰਗ ਹੋਮ ਦੇ ਵਿੱਚ ਟੇਕ ਕੇਅਰ ਕਰ ਰਹੇ ਹੋ ਐਜ਼ ਅ ਹੋਮ ਸਪੋਰਟ ਵਰਕਰ ਜਾਂ ਲਿਵ ਇਨ ਕੇਅਰ ਗਿਵਰ, ਤੁਸੀਂ 1 ਸਾਲ ਕੰਮ ਕੀਤਾ, ਤੁਹਾਡੇ ਕੋਲ ਰਿਕਾਰਡ ਹੈਗਾ, ਤਾਂ ਤੁਸੀਂ ਐਲੀਜੀਬਲ ਹੋ। ਅੱਛਾ, ਇਹਦਾ ਮਤਲਬ ਉਹਨਾਂ ਨੂੰ ਉਹ 2 ਸਾਲ ਵੇਟ ਨਹੀਂ ਹੁਣ ਕਰਨ ਦੀ ਜ਼ਰੂਰਤ? ਨਹੀਂ ਜੀ, ਹੁਣ ਉਹਨਾਂ ਨੂੰ ਉਹ ਵੇਟ ਕਰਨੀ ਨਹੀਂ ਪਊਗੀ ਤੇ ਉਹ ਰਾਈਟ ਅਵੇ ਹੁਣੇ ਹੀ ਆਪਣੀ ਉਹਨਾਂ ਕੋਲ ਜਿਹੜੀ ਤੁਸੀਂ ਦੱਸਦੇ ਹੋ ਕਿ ਤਿਆਰੀ ਜ਼ਰੂਰੀ ਆ, ਆਈਲੈਟਸ ਕੀਤਾ ਹੋਵੇ, ਪੁਲਿਸ ਕਲੀਅਰੈਂਸ ਹੋਵੇ ਤੇ ਮੈਡੀਕਲ ਉਹਨਾਂ ਦਾ ਹੋਇਆ ਹੋਵੇ। ਹਾਂਜੀ, ਹਜੇ ਉਹਨਾਂ ਨੇ ਚੈੱਕਲਿਸਟ ਜਾਰੀ ਨਹੀਂ ਕੀਤੀ, ਪਰ ਜਦੋਂ ਸਾਨੂੰ ਪਤਾ ਹੈ ਕਿ ਜਦੋਂ ਵੀ ਕੋਈ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਜਾਂਦੀ ਹੈ ਤਾਂ ਇਹ ਮੈਂਡੇਟਰੀ ਰਿਕੁਆਇਰਮੈਂਟਸ ਨੇ ਜੀ, ਕਿਉਂਕਿ ਐਡਮਿਸਿਬਿਲਿਟੀ ਜੋ ਚੈੱਕ ਹੁੰਦੀ ਹੈ ਤਾਂ ਮੈਡੀਕਲੀ ਤੇ ਕ੍ਰਿਮੀਨੈਲਿਟੀ ਦੇ ਥਰੂ ਚੈੱਕ ਹੁੰਦੀ ਹੈ, ਤਾਂ ਉਹ ਨਾਲ ਜਾਣਗੀਆਂ ਜੀ ਜ਼ਰੂਰ। ਅੱਛਾ, ਹੁਣ ਇਹਦੇ ਤੇ ਸਵਾਲ ਇੱਕ ਹੋਰ ਵੱਡਾ, ਕਿਉਂਕਿ ਆਪਾਂ ਪਰਤ ਖੋਲ੍ਹਣੀ ਚਾਹੁੰਦੇ ਹਾਂ ਤਾਂ ਕਿ ਕਿਸੇ ਦਾ ਕੋਈ ਭੁਲੇਖਾ ਜਾਂ ਸੰਸਾ ਨਾ ਰਹੇ। ਹਾਂਜੀ, ਹੁਣ ਆਮ ਤੌਰ ਤੇ ਜਿਨ੍ਹਾਂ ਦੇ 2 ਸਾਲ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਹੋਣਗੇ, ਜਦ ਆਪਾਂ ਨੈਨੀਜ਼ ਦੀ ਗੱਲ ਆ ਕੇ ਖੜ ਗਈ ਹੈ, ਤੇ ਉਹਨਾਂ ਨੇ ਉਹਦੇ ਤੋਂ ਬਾਅਦ ਐਕਸਟੈਂਸ਼ਨ ਵਾਸਤੇ ਅਪਲਾਈ ਕਰਨਾ ਹੁੰਦਾ। ਹਾਂਜੀ, ਹੁਣ ਹੋ ਸਕਦਾ ਕਿਸੇ ਦਾ 1.5 ਸਾਲ ਹੋਇਆ ਜਾਂ ਪੌਣੇ 2 ਸਾਲ ਹੋ ਗਏ, ਹੁਣ ਹੋ ਸਕਦਾ ਸੋਚਦਾ ਹੋਵੇ ਜਾਂ ਸੋਚਦੀ ਹੋਵੇ ਕਿ ਆਪਾਂ ਨੂੰ ਐਕਸਟੈਂਸ਼ਨ ਅਪਲਾਈ ਕਰਨੀ ਪਏਗੀ, ਪਰ ਉਹਦੇ ਤੋਂ ਪਹਿਲਾਂ ਇੱਧਰੋਂ ਦੀ ਇੱਕ ਲੋਟਰੀ ਵਾਲਾ ਸਿਸਟਮ ਆ ਗਿਆ। ਜੇ ਇਹਦੇ ਵਿੱਚ ਉਹ ਅਪਲਾਈ ਕਰ ਦੇਣਗੇ ਜਾਂ ਦੇਣਗੀਆਂ, ਫਿਰ ਐਕਸਟੈਂਸ਼ਨ ਦੀ ਜ਼ਰੂਰਤ ਪਏਗੀ ਜਾਂ ਨਹੀਂ? ਦੇਖੋ ਜੀ, ਜਦੋਂ ਤੁਹਾਡੀ ਫਾਈਲ ਲੱਗ ਜਾਂਦੀ ਹੈ ਪਰਮਨੈਂਟ ਰੈਜ਼ੀਡੈਂਸੀ ਦੀ, ਤੇ ਤੁਹਾਡੇ ਕੋਲੇ ਫਾਈਲ ਨੰਬਰ ਜਿਹੜਾ ਹੈਗਾ ਉਹ ਆ ਜਾਂਦਾ ਜੀ।
ਐਂਡ ਜਿਹੜਾ ਇਸ ਪ੍ਰੋਗਰਾਮ ਦੀ ਬਿਊਟੀ ਹੈ ਉਹ ਇਹ ਹੈ ਕਿ ਆਨਲਾਈਨ ਐਪਲੀਕੇਸ਼ਨਸ ਹੀ ਲਈਆਂ ਜਾਣੀਆਂ ਆ ਐਂਡ ਜਦੋਂ ਆਪਾਂ ਆਨਲਾਈਨ ਐਪਲੀਕੇਸ਼ਨ ਪਾਉਣੇ ਆ ਤਾਂ ਤੁਹਾਡਾ ਫਾਈਲ ਨੰਬਰ ਸੈਕਿੰਡ ਹੀ ਤੁਹਾਡੇ ਕੋਲੇ ਹੱਥ 'ਚ ਆ ਜਾਂਦਾ ਜੀ ਐਂਡ ਜਦੋਂ ਤੁਹਾਡੇ ਕੋਲੇ ਫਾਈਲ ਨੰਬਰ ਆ ਜਾਂਦਾ ਤਾਂ ਤੁਹਾਡੇ ਕੋਲ ਰਾਈਟ ਹੁੰਦਾ ਓਪਨ ਵਰਕ ਪਰਮਿਟ ਲੈਣ ਦਾ ਜੀ। ਅੱਛਾ, ਜੇ ਤੁਹਾਡੇ ਕੋਲੇ ਵਰਕ ਪਰਮਿਟ ਲੈਟਸ ਸੇ 2 ਮਹੀਨੇ ਜਾਂ 3 ਮਹੀਨੇ ਰਹਿੰਦਾ ਤਾਂ ਮੈਂ ਕਹੂੰਗਾ ਕਿ ਰਾਈਟ ਵੇ ਵਰਕ ਪਰਮਿਟ ਅਪਲਾਈ ਕਰ ਦੇਣਾ ਚਾਹੀਦਾ ਤੇ ਤੁਹਾਨੂੰ ਪੀਆਰ ਦੀ ਜਿਹੜੀ ਐਪਲੀਕੇਸ਼ਨ ਦਾ ਨੰਬਰ ਆ ਉਹਦੇ ਬਿਹਾਫ ਦੇ ਉੱਪਰ ਤੁਹਾਨੂੰ ਨਵਾਂ ਜਿਹੜਾ ਹੈਗਾ 2 ਸਾਲਾਂ ਦਾ ਓਪਨ ਵਰਕ ਪਰਮਿਟ ਨਵਾਂ ਮਿਲ ਜਾਊਗਾ ਜੀ। ਅੱਛਾ, ਹੁਣ ਪਰਿਵਾਰਾਂ ਦੀ ਗੱਲ ਤੁਸੀਂ ਕੀਤੀ ਹੈ, ਕੋਈ ਲੇਬਰ ਦੇ ਤੌਰ ਤੇ ਕਰਦਾ, ਕੋਈ ਗੈਸ ਸਟੇਸ਼ਨ ਤੇ ਜਾਂ ਕਿ ਨੈਣੀ ਦੇ ਤੌਰ ਤੇ ਕਿਸੇ ਵੀ ਤਰੀਕੇ ਦਾ ਕੋਈ ਕੰਮਕਾਰ ਕਰ ਰਿਹਾ, ਉਹ ਹਸਬੈਂਡ ਇੱਥੇ ਹੈ ਮੰਨ ਲਓ, ਵਾਈਫ ਇੰਡੀਆ 'ਚ ਹੋ ਸਕਦੀ ਹੈ, ਵਾਈਫ ਇੱਥੇ ਹੋ ਸਕਦੀ ਹੈ ਜਾਂ ਇੰਡੀਆ 'ਚ ਉਹਦਾ ਪਾਰਟਨਰ ਹੋ ਸਕਦਾ ਹੈ, ਹਾਂਜੀ ਬੱਚੇ ਹੋ ਸਕਦੇ, ਬੱਚੇ ਹੋ ਸਕਦੇ ਆ, ਉਹਨਾਂ ਵਾਸਤੇ ਕੀ ਹੋਏਗਾ ਜੀ? ਉਹਨਾਂ ਵਾਸਤੇ ਮੈਂ ਇਹੀ ਕਹਿੰਦਾ ਜੀ ਕਿ ਪਰਿਵਾਰ ਪੱਕੇ ਹੋਣੇ ਆ ਜੀ। ਹੁਣ ਇਹਦੇ 'ਚ ਕੀ ਹੋਣਾ ਕਿ ਜੇਕਰ ਹਸਬੈਂਡ ਇੱਥੇ ਕੰਮ ਕਰ ਰਿਹਾ ਜਿਵੇਂ ਤੁਸੀਂ ਕਿਹਾ, ਬੱਚੇ ਤੇ ਉਹਦੀ ਵਾਈਫ ਇੰਡੀਆ 'ਚ ਆ ਤਾਂ ਉਹ ਇੰਡੀਆ ਤੋਂ ਪੀਆਰ ਨਾਲ ਹੋਣਗੇ ਜੀ। ਅੱਛਾ, ਜੇਕਰ ਇੱਥੋਂ ਹਸਬੈਂਡ ਫਾਈਲ ਲਾਊਗਾ ਤਾਂ ਇੰਡੀਆ ਜੇਕਰ ਪਰਿਵਾਰ ਬੈਠਾ ਹੈ ਤਾਂ ਉਹ ਪਰਿਵਾਰ ਇੰਡੀਆ ਤੋਂ ਹੀ ਪਰਮਾਨੈਂਟ ਰੈਜ਼ੀਡੈਂਟ ਹੋ ਕੇ ਆਏਗਾ ਕਿਉਂਕਿ ਪ੍ਰਿੰਸੀਪਲ ਐਪਲੀਕੈਂਟ ਕੈਨੇਡਾ ਦੇ ਵਿੱਚ ਫਾਈਲ ਲਾ ਰਿਹਾ ਹੈ ਜੀ। ਸੋ ਇਹ ਪਹਿਲਾਂ ਤੋਂ ਹੀ ਲਾ ਚੱਲਿਆ ਆ ਰਿਹਾ ਜੀ। ਸੋ ਇਹਦੇ ਵਿੱਚ ਫੈਮਿਲੀਜ਼ ਬਹੁਤ ਪੱਕੀਆਂ ਹੋਣਗੀਆਂ ਐਂਡ ਮੈਂ ਇੱਥੇ ਇੱਕ ਹੋਰ ਚੀਜ਼ ਐਡ ਕਰਨੀ ਚਾਹਣਾ ਜੀ ਕਿ ਜਿਹੜਾ ਤੀਜਾ ਪ੍ਰੋਗਰਾਮ ਸੀਗਾ ਉਹ ਸਟੂਡੈਂਟਸ ਦਾ ਰੱਖਿਆ ਜੀ। ਉਹਦੇ ਵਿੱਚ 40,000 ਜਿਹੜਾ ਸਟੂਡੈਂਟ ਹੈਗਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਨ੍ਹਾਂ ਨੇ ਸੈਪਟੈਂਬਰ 2017 ਤੋਂ ਬਾਅਦ ਲਿਆ, ਜਿਨ੍ਹਾਂ ਨੇ ਨਵੇਂ ਵਰਕ ਪਰਮਿਟ ਹਜੇ ਲਏ ਨੇ ਐਂਡ ਉਹ ਕੰਮ ਕਰ ਰਹੇ ਆ, ਉਹਨਾਂ ਕੋਲ ਤਜਰਬਾ ਕੋਈ ਨਹੀਂ, ਚਾਹੇ ਉਹ ਉਹਨਾਂ ਨੂੰ ਕੰਮ ਕਰਦੇ ਨੂੰ ਮਹੀਨਾ ਹੋਇਆ, ਚਾਹੇ 2 ਮਹੀਨੇ ਹੋਏ, ਚਾਹੇ 4, ਚਾਹੇ 6, ਉਹਨਾਂ ਦੇ ਵਿੱਚ ਤਜਰਬੇ ਦੀ ਜਿਹੜੀ ਸ਼ਰਤ ਉਹ ਚੱਕ ਦਿੱਤੀ ਗਈ ਹੈ। ਅੱਛਾ, ਬਾਕੀਆਂ ਤੇ 1 ਸਾਲ ਦੇ ਤਜਰਬੇ ਦੀ ਸ਼ਰਤ ਹੈ, ਸਟੂਡੈਂਟਸ ਤੇ ਨਹੀਂ। ਸਟੂਡੈਂਟਸ ਤੇ ਨਹੀਂ ਹੈ ਕਿਉਂਕਿ ਉਹਨਾਂ ਨੇ ਘੱਟੋ ਘੱਟ 2 ਸਾਲ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਖਤਮ ਕੀਤਾ ਹੋਵੇ ਐਂਡ ਜਾਂ ਉਹਨਾਂ ਨੇ 8-8 ਮਹੀਨਿਆਂ ਦੇ 2 ਪ੍ਰੋਗਰਾਮ ਜਿਹੜੇ ਹੈਗੇ ਆ ਉਹ ਕੈਨੇਡਾ ਦੇ ਵਿੱਚ ਫਿਨਿਸ਼ ਕੀਤੇ ਹੋਣ। ਅੱਛਾ, ਤਾਂ ਉਹਨਾਂ ਦੇ ਉੱਪਰ ਇਹ ਸ਼ਰਤ ਲਾਗੂ ਹੁੰਦੀ ਹੈ ਕਿ ਉਹਨਾਂ ਕੋਲੇ ਜੌਬ ਹੋਣੀ ਚਾਹੀਦੀ ਹੈ ਕਰੰਟਲੀ ਅਤੇ ਉਹਨਾਂ ਦਾ CLB ਲੈਵਲ ਜਿਹੜਾ 5 ਹੈ ਜੀ। ਅੱਛਾ, ਜੇਕਰ ਉਹ CLB ਲੈਵਲ 5 ਪਾਸ ਕਰ ਲੈਂਦੇ ਆ, ਜਦੋਂ ਮੈਂ 5 ਕਹਿੰਦਾ ਤਾਂ ਲਿਸਨਿੰਗ ਤੇ ਸਪੀਕਿੰਗ ਦੇ ਵਿੱਚ 5 ਬੈਂਡ ਚਾਹੀਦੇ ਆ, ਰਾਈਟਿੰਗ 'ਚ 4, ਰੀਡਿੰਗ 'ਚ 3.5 ਜੋ ਕਿ ਬਹੁਤ ਮਿਨੀਮਮ ਸਕੋਰ ਬਣਦਾ ਜੀ। ਸੋ ਜੇਕਰ ਉਹਨਾਂ ਕੋਲੇ ਆਇਲ ਸਕੋਰ ਇਨ ਹੈਂਡ ਹੈਗਾ ਤੇ ਉਹਨਾਂ ਕੋਲੇ ਜੌਬ ਹੈਗੀ ਆ ਤਾਂ ਉਹ ਰਾਈਟ ਵੇ ਪਰਮਨੈਂਟ ਰੈਜ਼ੀਡੈਂਸੀ ਪਾ ਸਕਦੇ। ਅੱਛਾ, ਇਹ 3 ਪ੍ਰੋਗਰਾਮ ਹੋ ਗਏ। ਹਾਂਜੀ, ਇਹਦੇ 'ਚ ਤੁਸੀਂ ਹੈਲਥ ਕੇਅਰ ਵਰਕਰ ਦੱਸ ਦਿੱਤੇ ਹੈ। ਹਾਂਜੀ, ਇਹਦੇ 'ਚ ਤੁਸੀਂ ਸਟੂਡੈਂਟ ਦਾ ਮਤਲਬ 20 ਉਹ ਤੇ 40 ਇਹ 60,000। ਹਾਂਜੀ, ਤੇ ਪਿੱਛੇ ਬਚੇ 30,000। ਹਾਂਜੀ, ਉਹ 30,000 ਬਾਕੀ ਜਿਹੜੇ ਲੇਬਰਰ ਨੇ ਜਾਂ ਕੋਈ ਹੋਰ ਨੇ ਜਿੰਨੇ ਵੀ ਵਰਕਰਸ ਹੈਗੇ ਆ ਜੀ, ਚਾਹੇ ਉਹਨਾਂ ਦਾ ਨੌਕ ਕੋਡ C ਹੈ, ਚਾਹੇ D ਹੈ, ਚਾਹੇ O ਹੈ, ਚਾਹੇ A ਹੈ ਜੀ, ਉਹ ਸਾਰੇ 30,000 ਨੇ। ਇਹਦੇ 'ਚ ਚੌਥਾ ਪ੍ਰੋਗਰਾਮ ਇੱਕ ਹੋਰ ਹੈ ਜੀ ਜਿਹੜਾ ਕਿਊਬੈਕ ਦੇ ਲਈ ਕੀਤਾ ਗਿਆ। ਅੱਛਾ ਜੀ, ਉਹਦੇ ਵਿੱਚ ਨੰਬਰਸ ਹੀ ਕੋਈ ਨਹੀਂ ਗੇ ਜੀ। ਅੱਛਾ, ਉਹ 'ਚ ਜਿੰਨੇ ਮਰਜ਼ੀ ਬੰਦੇ ਅਪਲਾਈ ਕਰ ਸਕਦੇ ਆ ਪਰ ਉਹਨਾਂ ਕੋਲੇ ਜਿਹੜਾ ਫ੍ਰੈਂਚ ਦਾ ਟੈਸਟ ਆ ਉਹ ਲਾਜ਼ਮੀ ਹੈ ਜੀ, ਜਿਹੜਾ ਕਿ ਮੈਨੂੰ ਲੱਗਦਾ ਆਪਣੇ ਬੰਦੇ ਬਹੁਤ ਘੱਟ ਕਰਦੇ ਆ ਪਰ ਉਹ ਇੱਕ ਡਿਫਰੈਂਟ ਪ੍ਰੋਗਰਾਮ ਆ, ਮੈਨੂੰ ਨਹੀਂ ਲੱਗਦਾ ਉਹਦਾ ਆਪਣੇ ਲੋਕਾਂ ਨੂੰ ਜ਼ਿਆਦਾ ਫਾਇਦਾ ਹੋਊਗਾ। ਪਰ ਇਸ ਪ੍ਰੋਗਰਾਮ ਦੇ ਵਿੱਚ ਜੋ ਪ੍ਰੋਗਰਾਮ ਦੀ ਆਪਾਂ ਪਹਿਲਾਂ ਗੱਲ ਕੀਤੀ ਹੈ ਹੈਲਥ ਕੇਅਰ ਦਾ ਪ੍ਰੋਗਰਾਮ ਹੈ, ਸਟੂਡੈਂਟਸ ਦੇ ਲਈ 40,000 ਐਪਲੀਕੇਸ਼ਨ ਹੈ ਅਤੇ ਸਕਿਲਡ ਵਰਕਰਸ ਜਿਹੜੇ ਹੈਗੇ ਆ ਜਾਂ ਹੈਲਪਰਸ ਹੈਗੇ ਆ, ਚਾਹੇ ਉਹ ਕੰਸਟਰਕਸ਼ਨ ਹੈਲਪਰ ਹੈ, ਚਾਹੇ ਉਹ ਫਾਰਮ ਵਰਕਰ ਹੈਗਾ, ਚਾਹੇ ਗ੍ਰੀਨ ਹਾਊਸ ਵਰਕਰ ਹੈਗਾ, ਚਾਹੇ ਗੈਸ ਸਟੇਸ਼ਨ ਦੇ ਉੱਪਰ ਗੈਸ ਪਾਉਣ ਵਾਲਾ ਵਰਕਰ ਹੈ ਜੀ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਇਸ ਕੈਟਾਗਰੀ 'ਚ PR ਹੋ ਸਕਦੇ ਆ। ਆ ਤਾਂ ਮੈਨੂੰ ਇਹ ਲੱਗਦਾ ਹੈ ਵੀ ਕਹਿੰਦੇ ਹੁੰਦੇ ਨੇ ਵੀ ਦੋਵੇਂ ਹੱਥਾਂ 'ਚ ਲੱਡੂ ਵਾਲੀ ਗੱਲ ਹੈ। ਹਾਂਜੀ, ਤੁਸੀਂ ਦੇਖੋ ਕਿ ਕੈਨੇਡਾ ਦੀ ਇਕਨੋਮੀ ਵਾਸਤੇ ਸਾਨੂੰ ਇੱਥੇ ਬੰਦਿਆਂ ਦੀ ਲੋੜ ਹੈ। ਹਾਂਜੀ, ਕੋਵਿਡ-19 ਦੇ ਕਾਰਨ ਪਿਛਲੇ ਸਾਲ ਬੰਦੇ ਆ ਨਹੀਂ ਸਕੇ। ਹਾਂਜੀ, ਤੇ ਜਿਹੜੇ ਵਿਚਾਰੇ ਬਹੁਤ ਸਾਲਾਂ ਤੋਂ ਇੱਥੇ ਠੇਡੇ ਖਾਂਦੇ ਫਿਰਦੇ ਸੀ, ਕਈ ਉਹ ਬੰਦੇ ਨੇ ਜਿਹੜੇ ਮਿਲਦੇ ਹੁੰਦੇ ਉਹ ਕਹਿੰਦੇ ਯਾਰ ਹੋਰ ਸਭ ਕੁਝ ਠੀਕ ਆ, ਆਇਲਸ ਨੇ ਪੰਗਾ ਪਾਇਆ ਹੋਇਆ, ਤਜਰਬਾ ਤਾਂ 5 ਸਾਲ ਦਾ ਕਰੀ ਬੈਠੇ ਆ ਪਰ ਆ ਸਕੋਰ 4 4.5 ਤੋਂ ਨਹੀਂ ਵੱਧਦਾ, ਉਹਨਾਂ ਦਾ ਕੰਮ ਸੂਤ ਆਊ। ਸਾਡੇ ਕਲਾਇੰਟਸ ਬਹੁਤ ਸਾਰੇ ਮੈਨੂੰ ਅੱਜ ਸਵੇਰ ਦੇ ਮਿਲ ਕੇ ਜਾ ਰਹੇ ਆ ਜੀ, ਕਾਲਸ ਵੀ ਆ ਰਹੀਆਂ ਐਂਡ ਕੁਝ ਕਲਾਇੰਟਸ ਕਹਿੰਦੇ ਕਿ ਜੀ ਆਇਲਸ ਚੱਕ ਹੀ ਦਿੰਦੇ ਜੀ, ਉਹ ਆਇਲਸ ਚੱਕ ਨਹੀਂ ਸਕਦੇ ਜੀ। ਉਹ ਆਇਲਸ ਦੀ ਜਿਹੜੀ ਕੰਡੀਸ਼ਨ ਹੈਗੀ ਆ ਉਹ ਮੈਂਡੇਟਰੀ ਕੰਡੀਸ਼ਨ ਆ, ਇੰਗਲਿਸ਼ ਸਪੀਕਿੰਗ ਹੈ ਜਿਹੜੀ ਜਾਂ ਲਿਸਨਿੰਗ ਰੀਡਿੰਗ ਰਾਈਟਿੰਗ ਉਹ ਚਾਹੀਦੀ ਹੈ। ਜੇਕਰ ਤੁਸੀਂ ਗੈਸ ਸਟੇਸ਼ਨ ਤੇ ਗੈਸ ਵੀ ਪਾਉਣੇ ਆ ਜਾਂ ਹੈਲਪਰ ਦੇ ਤੌਰ ਤੇ ਵੀ ਕੰਮ ਕਰਦੇ ਆ ਤਾਂ ਤੁਹਾਨੂੰ ਥੋੜੀ ਬਹੁਤ ਇੰਗਲਿਸ਼ ਦਾ ਨੌਲੇਜ ਹੋਣੀ ਚਾਹੀਦੀ ਹੈ। ਤਾਂ ਮੈਂ ਸਮਝਦਾ ਕਿ ਜਿਸ ਵੀ ਪਰਸਨ ਨੇ ਇਸ ਪ੍ਰੋਗਰਾਮ ਨੂੰ ਡਿਜ਼ਾਈਨ ਕੀਤਾ ਬਹੁਤ ਹੀ ਜ਼ਿਆਦਾ ਸੋਚ ਸਮਝ ਕੇ ਕੀਤਾ ਹੈ ਕਿਉਂਕਿ ਉਹਨਾਂ ਨੇ ਆਇਲਸ ਹੇਠਲੇ ਪੱਧਰ ਤੇ ਹੋ ਕੇ ਸੋਚ ਕੇ ਕੀਤਾ। ਬਿਲਕੁਲ, ਜਿਹੜਾ ਉਹਨਾਂ ਨੇ ਆਇਲਸ ਰੱਖਿਆ ਜੀ ਬਹੁਤ ਹੀ ਲੋ ਲੈਵਲ ਦਾ ਰੱਖਿਆ ਜੀ ਨੰਬਰ ਉਹਨਾਂ ਨੇ, ਕਿ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜਾ ਮਿਨੀਮਮ ਇੰਗਲਿਸ਼ ਜਾਣਦਾ, ਜਿਹੜਾ ਓਕੇ ਬਾਈ ਕਰਨ ਵਾਲਾ ਬੰਦਾ ਵੀ ਆ ਉਹ ਵੀ ਉਨੇ ਕੁ ਸਕੋਰ ਲੈ ਸਕਦਾ ਤੇ ਆਪਣੀ PR ਲੈ ਸਕਦਾ ਜੀ। ਇਹਦੇ ਨਾਲ ਕੀ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਸੀ ਜਿਹੜੇ ਵਿਚਾਰੇ ਆਇਲਸ ਨਹੀਂ ਕਰ ਸਕਦੇ ਸੀ ਪਰ ਉਹਨਾਂ ਨੇ
ਡੂਰਿੰਗ ਦਿਸ ਪੀਰੀਅਡ ਜਿਹੜਾ ਕੋਵਿਡ ਦਾ ਪੀਰੀਅਡ ਚੱਲਿਆ ਜੀ, ਇਹ 'ਚ ਬਹੁਤ ਕੰਮ ਕੀਤਾ ਜੀ। ਜਿਵੇਂ ਹੁਣ ਜਿਨ੍ਹਾਂ ਨੇ ਵੀ ਪ੍ਰੋਗਰਾਮ ਡਿਜ਼ਾਈਨ ਕੀਤਾ ਬੜਾ ਸੋਚ ਸਮਝ ਕੇ ਕੀਤਾ ਕਿ ਜਿਵੇਂ ਕੰਸਟਰਕਸ਼ਨ ਦਾ ਕੰਮ ਬੰਦ ਨਹੀਂ ਜੀ ਹੋਇਆ, ਚੱਲੀ ਜਾ ਰਹੀ, ਜਿੱਥੇ ਫੂਡ ਪ੍ਰੋਸੈਸਿੰਗ ਹੁੰਦੀ ਸੀ ਇੱਥੇ ਫੂਡ ਬਣਦਾ ਸੀਗਾ ਜੀ, ਉਹ ਕਿਉਂਕਿ ਸਾਰੇ ਲੋਕਾਂ ਨੇ ਫੂਡ ਤਾਂ ਖਾਣਾ ਹੀ ਹੈ ਜੀ। ਜੇ ਖੇਤਾਂ ਦੇ ਵਿੱਚ ਕੰਮ ਹੁੰਦਾ ਸੀਗਾ ਤਾਂ ਉਹ ਕੈਨੇਡੀਅਨਸ ਲਈ ਕੰਮ ਕਰ ਰਹੇ ਸੀ। ਐਂਡ ਸਭ ਤੋਂ ਵੱਡੀ ਕੈਟਾਗਰੀ ਦਾ ਜਿਹੜਾ ਫਾਇਦਾ ਹੋਣਾ ਜੀ ਮੇਰੇ ਹਿਸਾਬ ਨਾਲ, ਉਹ ਲੌਂਗ ਹਾਲ ਟਰੱਕ ਡਰਾਈਵਰਸ ਨੇ ਜੀ। ਹਾਂ, ਮੈਂ ਪੁੱਛਣ ਹੀ ਲੱਗਿਆ ਸੀ ਕਿ ਉਹ ਵਿਚਾਰੇ ਬਹੁਤ ਭੱਠ ਝੋਕਦੇ ਆ। ਹਾਂ, ਸੋ ਲੌਂਗ ਹਾਲ ਟਰੱਕ ਡਰਾਈਵਰ ਜਿਹੜੇ ਹੈਗੇ ਉਹਨਾਂ ਲਈ ਇਹ ਬਹੁਤ ਗੋਲਡਨ ਅਪਰਚੂਨਿਟੀ ਹੈ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ, ਸਾਂਝਾ ਟੀਵੀ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਜੀ ਕਿ ਜਿੰਨੇ ਵੀ ਲੌਂਗ ਹਾਲ ਟਰੱਕ ਡਰਾਈਵਰਸ ਹੈਗੇ ਆ ਜਿਹੜੇ 4 CLB ਲੈਵਲ ਲੈ ਸਕਦੇ ਆ, ਕਈ ਮੈਂ ਇਹੋ ਜਿਹੇ ਕਲਾਇੰਟਸ ਨੂੰ ਜਾਣਦਾ, ਕੈਂਡੀਡੇਟਸ ਨੂੰ ਜਾਣਦਾ ਜਿਹੜੇ ਕਹਿੰਦੇ ਸੀਗੇ ਜੀ ਸਾਡੇ ਤਾਂ 4.5 ਤੋਂ ਨੰਬਰ ਵੱਧਦੇ ਨਹੀਂ, ਅਸੀਂ 5 ਬੈਂਡ ਆਉਣਗੇ ਤਾਂ ਫਾਈਲ ਲਾਵਾਂਗੇ। ਹੁਣ 4.5 ਨਹੀਂ, ਸਿਰਫ 4 ਨੰਬਰ ਚਾਹੀਦੇ ਨੇ। ਬਹੁਤ ਵਧੀਆ ਖਬਰ ਹੈ ਉਹਨਾਂ ਵਾਸਤੇ। ਹਾਂਜੀ, ਸੋ ਮੈਂ ਕਹੂੰਗਾ ਕਿ ਉਹ ਜ਼ਰੂਰ ਆਪਣੀ ਜਿਹੜੀ ਫਾਈਲ ਦੀ ਤਿਆਰੀ ਕਰ ਲੈਣ। ਮੈਨੂੰ ਕੰਟੈਕਟ ਕਰ ਸਕਦੇ ਆ ਜੀ, ਜਾਂ ਸਾਡੇ ਆਫਿਸ 'ਚ ਕਾਲ ਕਰ ਸਕਦੇ ਆ। ਤੁਸੀਂ ਆਪਣੇ ਪ੍ਰੋਫਾਈਲ ਤਿਆਰ ਰੱਖੋ ਤਾਂ ਕਿ ਜਦੋਂ ਹੀ ਐਪਲੀਕੇਸ਼ਨਸ ਖੁੱਲ੍ਹਦੀਆਂ ਤਾਂ ਤੁਹਾਡੀ ਪਹਿਲ ਦੇ ਆਧਾਰ ਤੇ ਫਾਈਲ ਲਾਈ ਜਾ ਸਕੇ। ਅੱਛਾ, ਮੈਨੂੰ ਹੁਣ ਇਹ ਦੱਸੋ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਂ ਐਪਲੀਕੇਸ਼ਨ ਖੁੱਲ੍ਹਦੀਆਂ ਨੇ, ਜਿਸ ਤਰ੍ਹਾਂ ਤੁਸੀਂ ਅੱਜ ਦੱਸ ਰਹੇ ਹੋ ਕਿ ਆਇਲਟਸ ਵਾਸਤੇ ਲੋਕਾਂ ਨੇ ਲਾਈਨਾਂ ਲਾ ਦਿੱਤੀਆਂ ਤੇ ਸਾਈਟ ਕ੍ਰੈਸ਼ ਹੋ ਗਈ। ਹਾਂਜੀ, ਹੁਣ 6 ਮਈ ਨੂੰ ਓਪਨ ਹੋਣੀ ਹੈ। ਹਾਂਜੀ, ਨਵੰਬਰ ਦੇ ਪਹਿਲੇ ਹਫਤੇ ਤੱਕ ਇਹ ਖੁੱਲੀ ਰਹਿਣੀ ਹੈ। ਹਾਂਜੀ, ਕਿ ਫਸਟ ਕਮ ਫਸਟ ਸਰਵ ਵਾਲਾ ਕੰਮ ਤਾਂ ਨਹੀਂ ਜੀ? ਇਹ ਫਸਟ ਕਮ ਫਸਟ ਸਰਵ ਹੀ ਹੋਣਾ ਜੀ। ਅੱਛਾ, ਇਹਦੇ ਵਿੱਚ ਜਿੰਨੀਆਂ ਐਪਲੀਕੇਸ਼ਨ ਦਾ ਨੰਬਰਸ ਹੈਗਾ ਜੀ ਉਹ ਮੀਟ ਕਰਨਾ ਹੈ ਗਵਰਨਮੈਂਟ ਨੇ। ਜਿੱਥੋਂ ਤੱਕ ਮੈਨੂੰ ਲੱਗਦਾ ਜੀ, ਮੇਰੀ ਆਪਣੇ ਪਰਸਨਲ ਵਿਚਾਰ ਨੇ ਇਹ, ਮੈਂ ਕੋਈ ਕਮੈਂਟ ਨਹੀਂ ਕਹਿ ਰਿਹਾ ਕਿ ਕਿਸੇ ਦਾ ਮੈਂ ਕੋਟ ਨਹੀਂ ਦੇ ਰਿਹਾ, ਕਿ ਜਿੰਨੀਆਂ ਵੀ ਐਪਲੀਕੇਸ਼ਨ ਜਾਣਗੀਆਂ ਉਹ ਐਪਲੀਕੇਸ਼ਨ ਐਕਸੈਪਟ ਹੋ ਜਾਣਗੀਆਂ। ਅੱਛਾ ਜੀ, ਭਾਵੇਂ 90 ਤੋਂ ਜ਼ਿਆਦਾ ਵੀ ਹੋਈਆਂ। ਹਾਂਜੀ, ਕਿਉਂਕਿ ਗਵਰਨਮੈਂਟ ਦਾ ਪਲਾਨ ਕੀ ਹੈ ਜੀ, ਗਵਰਨਮੈਂਟ ਦਾ ਮੇਨ ਆਪਾਂ ਜੇ ਜਿਸਟ ਸਮਝੀਏ, ਜੇਕਰ ਉਹਨਾਂ ਦਾ ਆਪਾਂ ਪਲਾਨ ਸਮਝੀਏ, ਉਹ ਚਾਹੁੰਦੇ ਆ ਕਿ ਜੋ ਕੈਨੇਡਾ ਦੇ ਵਿੱਚ ਬੰਦਾ ਬੈਠਾ, ਉਹਨਾਂ ਨੇ ਕੰਮ ਕੀਤਾ, ਟੈਕਸ ਭਰਿਆ, ਉਹ ਬੰਦਾ ਜ਼ਰੂਰ ਪੱਕਾ ਹੋਣਾ ਚਾਹੀਦਾ ਹੈ। ਇਹਦਾ ਮਤਲਬ ਮੈਂ ਅੱਗੇ ਅਕਸਰ ਕਹਿਣਾ ਹੁੰਦਾ, ਜਦੋਂ ਤੋਂ ਪੋਲੀਟੀਕਲ ਟਾਕ ਵੀ ਸਾਡੀ ਕਿਤੇ ਚੱਲਦੀ ਹੁੰਦੀ ਹੈ, ਕਿ ਜਦੋਂ ਕੋਈ ਵੱਡਾ ਲੀਡਰ ਕੋਈ ਬਿਆਨ ਦੇਵੇ ਉਹਦੀ ਚੀਰ ਫਾੜ ਕਰਕੇ ਦੇਖੀਏ ਕਿ ਉਹਦੇ ਮਾਇਨੇ ਕੀ ਨੇ। ਜਦੋਂ ਉਹਨਾਂ ਨੇ ਪਿਛਲੀ ਵਾਰੀ ਕਿਹਾ ਸੀ ਕਿ ਜਿਹੜੇ ਇੱਥੇ ਵਿਜ਼ਟਰ ਆਏ ਹੋਏ ਨੇ ਇੱਥੋਂ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਉਹ ਇੱਥੇ ਕੰਮ ਕਰ ਸਕਦੇ ਆ, ਵਰਕ ਪਰਮਿਟ ਲੈ ਕੇ, ਟੈਕਸ ਭਰਨ, ਆਹ ਤੁਸੀਂ ਦੇਖੋ ਕਿ ਉਸ ਪ੍ਰਖੇਪ ਦੇ ਵਿੱਚ ਜੇ ਰੱਖ ਕੇ ਵੇਖੀਏ ਤੇ ਉਹ ਚੀਜ਼ ਨੂੰ ਲਿਆ ਕੇ ਇਹਦੇ ਨਾਲ ਹੁਣ ਆਪਾਂ ਜੇ ਡਾਟ ਮੇੜ ਕੇ ਦੇਖੀਏ ਤੇ ਕੀ ਬਣਦਾ? ਦੇਖੋ ਜੀ, ਇਹ ਸਾਰੇ ਸਾਇੰਸ ਸੀਗੇ। ਹਾਂ, ਇਹ ਸਾਰੇ ਸਾਇੰਸ ਸੀ ਜਿਹੜਾ ਉਹਨਾਂ ਨੇ ਜਿਹੜੇ ਵਿਜ਼ਟਰਸ ਨੂੰ ਕਿਹਾ। ਕਦੇ ਵਿਜ਼ਟਰਸ ਨੂੰ ਨਹੀਂ ਕਿਹਾ ਜਾਂਦਾ ਕਿ ਤੁਹਾਡਾ ਜਿਹੜਾ ਹੈਗਾ ਜੇ ਸਟੇਟਸ ਐਕਸਪਾਇਰ ਵੀ ਹੋ ਗਿਆ ਤਾਂ ਤੁਹਾਨੂੰ ਅਸੀਂ ਦਸੰਬਰ, ਪਹਿਲਾਂ ਉਹਨਾਂ ਨੇ ਕੀ ਕੀਤਾ, ਮਾਰਚ ਤੋਂ ਕੋਵਿਡ ਸ਼ੁਰੂ ਹੋਇਆ ਜੀ, ਉਹਨਾਂ ਨੇ April ਜਾਂ May ਦੇ ਵਿੱਚ ਅਨਾਉਂਸਮੈਂਟ ਕਰਤੀ ਕਿ ਜਿਹੜੇ ਵਿਜ਼ਟਰਸ ਬੈਠੇ ਆ ਉਹਨਾਂ ਦਾ ਰੈਸਟੋਰੇਸ਼ਨ ਪੀਰੀਅਡ ਹੈਗਾ ਉਹ ਦਸੰਬਰ 2020 ਤੱਕ ਵਧਾਇਆ ਜਾ ਰਿਹਾ ਜੀ। ਫਿਰ ਦਸੰਬਰ 2020 ਦੇ ਵਿੱਚ ਆ ਕੇ ਫਿਰ ਅਨਾਉਂਸਮੈਂਟ ਕਰਤੀ ਕਿ ਤੁਹਾਡੇ ਕੋਲੇ ਅਗਸਤ 2021 ਤੱਕ ਦਾ ਫਿਰ ਟਾਈਮ ਹੈਗਾ ਆ, ਸੋ ਉਹਨੂੰ ਪ੍ਰੋਲੋਂਗ ਕੀਤਾ ਗਿਆ ਜੀ। ਤੇ ਫਿਰ ਅੰਦਰੋਂ ਅਨਾਉਂਸਮੈਂਟ ਇਹ ਹੋ ਜਾਂਦੀ ਹੈ ਕਿ ਜੇਕਰ ਕੋਈ ਅੰਦਰ ਬੰਦਾ ਬੈਠਾ ਤੇ ਉਹਦੇ ਕੋਲੇ ਐਲੀਜੀਬਲ EMPLOYER ਤੋਂ ਜੌਬ ਆਫਰ ਹੈਗੀ ਆ ਤੇ ਉਹ ਅੰਦਰੋਂ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦਾ ਤਾਂ ਉਹ ਵਰਕ ਪਰਮਿਟ ਅਪਲਾਈ ਕਰਕੇ ਅੰਦਰੋਂ ਹੀ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਰਹਿ ਸਕਦਾ ਹੈ। ਸੋ ਇਹ ਸਾਰੇ ਸਾਈਨ ਸੀਗੇ ਜੀ ਕਿ ਗਵਰਨਮੈਂਟ ਨੂੰ ਪਤਾ ਸੀਗਾ ਕਿ 2022 ਜਾਂ 2023 ਤੱਕ ਜਿਹੜਾ ਇਹ ਮਹਾਮਾਰੀ ਚੱਲ ਰਹੀ ਹੈ ਜੀ, ਇਹਦਾ ਪ੍ਰਕੋਪ ਮੈਨੂੰ ਲੱਗਦਾ ਕਿ 2023 ਤੱਕ ਰਹਿਣ ਵਾਲਾ ਹੈ। ਗਵਰਨਮੈਂਟ ਨੇ ਪ੍ਰੀਕਾਸ਼ਨਰੀ ਵੇ ਦੇ ਉੱਪਰ ਹਜੇ ਬਾਹਰੋਂ ਇਮੀਗ੍ਰੈਂਟਸ ਜ਼ਿਆਦਾ ਨਹੀਂ ਲੈ ਕੇ ਆਉਣਗੇ। ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਜਿੰਨੇ ਅੰਦਰ ਬੈਠੇ ਨੇ ਐਲੀਜੀਬਲ ਬੰਦੇ ਜਿਨ੍ਹਾਂ ਨੇ ਕੰਮ ਕੀਤਾ ਆ ਐਂਡ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਡੂਰਿੰਗ ਦਿਸ ਪੀਰੀਅਡ ਜਿਹੜਾ ਕੋਵਿਡ ਦਾ ਰਿਹਾ ਜੀ, ਉਹਨਾਂ ਨੇ ਸਾਰਿਆਂ ਨੂੰ PR ਕਰਕੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਜੀ। ਅੱਛਾ, ਹੁਣ ਜਿਹੜੇ ਬੰਦੇ ਇੱਥੇ ਰਹਿੰਦੇ ਆ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਆਹ ਚੀਜ਼ਾਂ ਦੀ ਉਹ ਤਿਆਰੀ ਰੱਖਣ, ਹਾਂਜੀ, ਪਰ ਹੋ ਸਕਦਾ ਹੈ ਕਿ ਕਿਸੇ ਕੋਲੇ ਬਾਕੀ ਪੇਪਰ ਹੋਣ, ਕਿਉਂਕਿ ਜਿਹੜਾ ਬੰਦਾ ਇੱਥੇ ਕਿਸੇ ਵੀ ਕੰਮਕਾਰ ਨੂੰ ਲੈ ਕੇ ਆਇਆ ਹੈ, ਹੋ ਸਕਦਾ 1.5 ਸਾਲ ਤੋਂ 2 ਸਾਲ ਤੋਂ ਰਹਿੰਦਾ ਹੋਵੇ, ਪਰ ਉਹਦਾ ਹੋ ਸਕਦਾ ਆਇਲਟਸ ਐਕਸਪਾਇਰ ਹੋ ਗਿਆ ਹੋਵੇ। ਹਾਂਜੀ, ਜਿੰਨੀ ਦੇਰ ਤੱਕ ਆਇਲਟਸ ਨਹੀਂ ਕਰ ਰਿਹਾ ਉਨੀ ਦੇਰ ਤੱਕ ਉਹ ਅਪਲਾਈ ਨਹੀਂ ਕਰ ਸਕਦਾ। ਹੋ ਸਕਦਾ ਆਇਲਟਸ ਤੇ ਉਹਦੇ 6 ਮਹੀਨੇ ਰਹਿੰਦੇ ਹੋਣ, ਪਰ ਹੋ ਸਕਦਾ ਉਹਦੇ ਕੋਲ ਪੁਲਿਸ ਕਲੀਅਰੈਂਸ ਨਾ ਹੋਵੇ, ਕਿਉਂਕਿ ਆਪਾਂ ਨੂੰ ਪਤਾ ਇੱਥੇ ਮਹੀਨਾ 1.5 ਮਹੀਨਾ 3 ਹਫ਼ਤੇ ਈਜ਼ੀ ਲਾ ਦਿੰਦੇ ਆ। ਕੀ ਪੁਲਿਸ ਕਲੀਅਰੈਂਸ ਬਾਅਦ ਦੇ ਵਿੱਚ ਸਬਮਿਟ ਕੀਤੀ ਜਾ ਸਕੇਗੀ ਕਿ ਫਾਈਲ ਲੱਗ ਸਕਦੀ ਹੈ? ਦੇਖੋ ਜੀ, ਜਿਵੇਂ ਪਿਛਲੇ ਸਮੇਂ ਦੇ ਵਿੱਚ ਜਦੋਂ ਦਾ ਕੋਵਿਡ ਚੱਲਿਆ, ਗਵਰਨਮੈਂਟ ਬਹੁਤ ਸਮਝਦਾਰ ਹੈ ਜੀ, ਇਮੀਗ੍ਰੇਸ਼ਨ ਡਿਪਾਰਟਮੈਂਟ ਖਾਸ ਤੌਰ ਤੇ ਇਸ ਚੀਜ਼ ਨੂੰ ਸਮਝਦਾ ਹੈ ਕਿ ਕੋਵਿਡ ਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਹੈਗਾ ਐਪਲੀਕੇਸ਼ਨ ਜਿਹੜੇ ਪੁਲਿਸ ਕਲੀਅਰੈਂਸ ਦੀਆਂ ਪ੍ਰੋਸੈਸ ਨਹੀਂ ਹੁੰਦੀਆਂ, ਟਾਈਮ ਲੱਗਦਾ ਜੀ। ਤਾਂ ਉਹਨਾਂ ਨੇ ਪਿੱਛੇ ਜੇ ਇੱਕ ਰਿਲੈਕਸੇਸ਼ਨ ਦਿੱਤੀ ਸੀ ਕਿ ਜੇ ਤੁਹਾਡੇ ਕੋਲੇ ਪੁਲਿਸ ਕਲੀਅਰੈਂਸ ਨਹੀਂ ਹੈਗਾ ਤਾਂ ਤੁਸੀਂ ਸਿਰਫ ਇੱਕ ਲੈਟਰ ਐਡ ਕਰ ਦਿਓ ਕਿ ਮੈਂ ਪੁਲਿਸ ਕਲੀਅਰੈਂਸ ਅਪਲਾਈ ਕੀਤਾ ਹੋਇਆ ਤੇ ਮੈਨੂੰ ਥੋੜੇ ਦੇਰ ਚ ਮਿਲ ਜੂਗਾ, ਜਾਂ 4 ਮਹੀਨੇ 6 ਮਹੀਨੇ ਤੁਸੀਂ ਬਾਅਦ ਚ ਜਮ੍ਹਾਂ ਕਰਾ ਸਕਦੇ ਆ। ਸੋ ਸੇਮ ਚੀਜ਼ ਹੁਣ ਅਪਲਾਈ ਹੋਊਗੀ ਜੀ। ਹੁਣ ਜਿਹੜੇ ਲੋਕ ਪੈਨਿਕ ਹੋ ਕੇ
ਆਪਾਂ ਜਲਦੀ ਤੋਂ ਜਲਦੀ ਪੁਲਿਸ ਕਲੀਅਰੈਂਸ ਦੀ ਲਾਈਨ 'ਚ ਖੜੇ ਆ ਸਵੇਰ ਤੋਂ। ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਪੁਲਿਸ ਕਲੀਅਰੈਂਸ ਬਾਅਦ 'ਚ ਵੀ ਜਮ੍ਹਾਂ ਕਰਾਇਆ ਜਾ ਸਕੂਗਾ। ਗਵਰਨਮੈਂਟ 100% ਇਹਦੇ ਉੱਪਰ ਸੋਚੂਗੀ, ਕਿਉਂਕਿ ਟਾਈਮ ਬਹੁਤ ਥੋੜਾ ਹੈ। 6 ਤੋਂ ਉਹਨਾਂ ਨੇ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦੇਣੀਆਂ ਐਂਡ ਸਾਰੇ ਲੋਕਾਂ ਨੂੰ ਪੁਲਿਸ ਕਲੀਅਰੈਂਸ ਨਹੀਂ ਮਿਲ ਸਕਦਾ ਜੀ। ਹਾਂ, ਇੰਨੇ ਦਿਨਾਂ 'ਚ ਨਹੀਂ ਮਿਲਣੀ, ਘੱਟੋ ਘੱਟ 3-4 ਹਫ਼ਤੇ ਲੱਗ ਜਾਣੇ। ਹਾਂਜੀ, ਐਂਡ ਕੁਝ ਐਪਲੀਕੈਂਟਸ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੇ 2 ਜਾਂ 3 ਕੰਟਰੀਆਂ ਤੋਂ ਪੁਲਿਸ ਕਲੀਅਰੈਂਸ ਲੈਣਾ ਹੁੰਦਾ ਹੈ। ਕੋਈ ਬੰਦਾ ਪਹਿਲਾਂ ਕੋਈ ਇੰਗਲੈਂਡ 'ਚ ਰਹਿ ਕੇ ਆਇਆ ਜੀ, ਕੋਈ ਬੰਦਾ US 'ਚ ਰਹਿ ਕੇ ਆਇਆ, ਕੋਈ ਆਸਟ੍ਰੇਲੀਆ 'ਚ ਪੜ੍ਹ ਕੇ ਆਇਆ, ਜਾਂ ਕੋਈ ਮਨੀਲਾ ਤੋਂ ਆ ਰਿਹਾ ਜੀ। ਸੋ ਉਹਨਾਂ ਨੇ 2-2, 3-3 ਕੰਟਰੀਆਂ ਤੋਂ ਲੈਣਾ, ਉਹਨਾਂ ਨੂੰ ਇੰਨੀ ਜਲਦੀ ਉਹ ਅਵੇਲੇਬਲ ਨਹੀਂ ਹੋ ਸਕਦਾ। ਸੋ ਗਵਰਨਮੈਂਟ ਲਾਜ਼ਮੀ ਸਹੂਲਤ ਦੇਊਗੀ ਕਿ ਤੁਸੀਂ ਬਾਅਦ ਦੇ ਵਿੱਚ ਜਿਹੜਾ ਹੈਗਾ ਜੀ ਇਹ ਜਮ੍ਹਾਂ ਕਰਾ ਸਕਦੇ ਆ। ਸੋ ਬਾਈ ਜੀ, ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ। ਮੈਨੂੰ ਲੱਗਦਾ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਇਸ ਵਕਤ ਵਿਦਿਨ ਕੈਨੇਡਾ ਨੇ, ਕਿਉਂਕਿ ਪ੍ਰੋਗਰਾਮ ਹੀ ਉਹਨਾਂ ਵਾਸਤੇ ਹੈ, ਉਹਨਾਂ ਵਾਸਤੇ ਜਾਣਕਾਰੀ ਕਾਫੀ ਲਾਹੇਵੰਦ ਹੋਣੀ ਹੈ। ਫਿਰ ਵੀ ਹੋ ਸਕਦਾ ਕਿਸੇ ਦਾ ਕੋਈ ਆਪਣਾ ਪਰਸਨਲ ਕੁਐਸਚਨ ਹੋਵੇ, ਕਿਉਂਕਿ ਆਪਾਂ ਜਨਰਲ ਗੱਲਬਾਤ ਕੀਤੀ ਹੈ, ਤੁਹਾਡੇ ਨਾਲ ਕਿਵੇਂ ਸੰਪਰਕ ਕਰਨ ਜੀ? ਮੈਂ ਇੱਥੇ ਫਿਰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਣਾ ਜੀ ਕਿ ਇਹ ਇੱਕ 골ਡਨ ਅਪਰਚੂਨਿਟੀ ਹੈ। ਇਹ ਸੁਨਹਿਰੀ ਮੌਕਾ ਬਾਰ-ਬਾਰ ਨਹੀਂ ਆਉਣ ਵਾਲਾ ਜੀ। ਜੇਕਰ ਜੋ ਮੈਂ ਪਹਿਲਾਂ ਬੋਲਿਆ ਹੈ, ਜੇ ਤੁਸੀਂ ਕਿਸੇ ਵੀ ਕੈਟਾਗਰੀ ਦੇ ਵਿੱਚ ਐਲੀਜੀਬਲ ਹੁੰਨੇ ਆ ਤਾਂ ਤੁਸੀਂ ਸਾਡੇ ਆਫਿਸ ਦੇ ਫੋਨ ਨੰਬਰਾਂ ਤੇ ਫੋਨ ਕਰਕੇ ਸਾਡੇ ਨਾਲ ਅਪਾਇੰਟਮੈਂਟ ਬਣਾ ਲਓ। ਜਿੰਨੀ ਵੀ ਜਾਣਕਾਰੀ ਹੈ ਤੁਹਾਨੂੰ ਫ੍ਰੀ ਆਫ ਕਾਸਟ ਦਿੱਤੀ ਜਾਊਗੀ। ਕੋਈ ਸਲਾਹ ਦੀ ਅਸੀਂ ਕੋਈ ਫੀਸ ਨਹੀਂ ਲੈਂਦੇ। ਤੁਸੀਂ ਫਾਈਲ ਕਿਤੋਂ ਵੀ ਲਾਉਣੀ ਆ, ਤੁਸੀਂ ਫਿਰ ਸਾਡੇ ਤੋਂ ਫ੍ਰੀ ਸਲਾਹ ਲੈ ਸਕਦੇ ਹੋ। ਜੇਕਰ ਤੁਸੀਂ ਸਾਡੇ ਤੋਂ ਫਾਈਲ ਲਾਉਣੀ ਚਾਹੁੰਦੇ ਆ ਤਾਂ ਅਸੀਂ ਆਲਵੇਜ਼ ਹਾਜ਼ਰ ਹਾਂ ਜੀ। ਅਸੀਂ ਬੜੀ ਨੋਮੀਨਲ ਫੀਸ ਦੇ ਉੱਪਰ ਤੁਹਾਡੀ ਫਾਈਲ ਜਮ੍ਹਾਂ ਕਰਾ ਸਕਦੇ ਹਾਂ। ਮੈਨੂੰ ਸੰਪਰਕ ਕੀਤਾ ਜਾ ਸਕਦਾ 7782463637 ਤੇ। ਮੇਰੇ ਬਿਜ਼ਨਸ ਪਾਰਟਨਰ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ 6045126708। ਸਰੀ 'ਚ ਸਾਡਾ ਆਫਿਸ ਹੈ ਜੀ। visalink.ca ਤੋਂ ਜਾ ਕੇ ਸਾਡਾ ਐਡਰੈਸ ਲਿਆ ਜਾ ਸਕਦਾ, ਜਾਂ ਹੇਠ ਲਿਖੇ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਸਾਨੂੰ ਸੰਪਰਕ ਕੀਤਾ ਜਾ ਸਕਦਾ ਜੀ। ਸੋ ਸਿੱਧੂ ਸਾਹਿਬ, ਤੁਹਾਡਾ ਧੰਨਵਾਦ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਦੇਖਣ ਸੁਣਨ ਵਾਲਿਆਂ ਨੂੰ ਫੇਰ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਗੁਰਮੀਤ ਸਿੰਘ ਸਿੱਧੂ, ਜਿਨ੍ਹਾਂ ਨੇ ਕੀਮਤੀ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਕੈਨੇਡਾ ਵਿੱਚ ਜੇ ਆਏ ਹੋਏ ਹੋ, ਤੁਸੀਂ ਵਰਕ ਪਰਮਿਟ ਤੇ ਹੋ, ਕਿਹੜੀਆਂ-ਕਿਹੜੀਆਂ ਸ਼ਰਤਾਂ ਇਹਨਾਂ ਨੇ ਤੁਹਾਨੂੰ ਦੱਸ ਦਿੱਤੀਆਂ ਨੇ, ਉਹ ਪੂਰੀਆਂ ਕਰਦੇ ਹੋ ਤਾਂ ਫਿਰ ਤੁਹਾਡੇ ਵਾਸਤੇ ਇਹਦੇ ਤੋਂ ਵਧੀਆ ਜਾਂ ਸੁਨਹਿਰੀ ਮੌਕਾ ਹੋਰ ਕੋਈ ਨਹੀਂ ਹੋ ਸਕਦਾ। ਵਧੇਰੇ ਜਾਣਕਾਰੀ ਤੁਸੀਂ ਵੀਜ਼ਾ ਲਿੰਕ ਤੋਂ ਲੈਣੀ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਡਿਸਪਲੇ ਕੀਤੇ ਜਾ ਰਹੇ ਹੈ, ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖਦੇ ਰਹੋ ਸਾਂਝਾ TV।